ਇਸ ਨੂੰ ਲੈ ਕੇ ਪੂਰੇ ਮਸਲੇ ਨੂੰ ਸਮਝਾਓ ਆਮ ਭਾਸ਼ਾ ਦੇ ਵਿੱਚ, ਲੋਕਾਂ ਨੂੰ ਕੀ ਲਾਭ ਹੋਣਾ ਇਹਦਾ। ਜਿਹੜਾ ਇਸ ਪੀਰੀਅਡ ਦੇ ਦੌਰਾਨ ਕੇਸਾਂ ਦੀ ਮਿਆਦ ਪੂਰੀ ਹੋ ਗਈ, ਜਿਹਨੂੰ ਅਸੀਂ ਲਿਮਿਟੇਸ਼ਨ ਬੋਲਦੇ ਹਾਂ, ਉਹ ਗਿਣਿਓ ਨਹੀਂ ਜਾਊਗੀ। ਉਹ ਚਾਹੇ ਕੇਸ ਦਾਇਰ ਕਰਨਾ, ਅਪੀਲ ਦਾਇਰ ਕਰਨੀ ਹੈ ਜਾਂ ਕੋਈ ਹੋਰ ਐਪਲੀਕੇਸ਼ਨ ਦਾਇਰ ਕਰਨੀ ਹੈ, ਉਹਦੇ ਵਾਸਤੇ ਉਹ ਆੜੇ ਨਹੀਂ ਆਊਗੀ, ਉਹ ਖਤਮ ਹੋ ਜਾਊਗੀ। ਤਾਂ ਸਭ ਤੋਂ ਪਹਿਲਾਂ ਤੁਹਾਡਾ ਵਾਹ ਕਦੋਂ ਪਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਔਰ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਗਏ ਜਦੋਂ? 6/5/2020 ਨੂੰ ਜਿਹੜੀ ਐਪਲੀਕੇਸ਼ਨ ਮੇਰੇ ਵੱਲੋਂ ਆਈ ਹੈ, ਫਾਈਲ ਕੀਤੀ ਗਈ ਸੀ, ਔਰ 10/7/2020 ਨੂੰ ਇੱਕ ਉਹਦੇ ਨਾਲ ਰਿਲੇਟਡ ਬੜਾ ਇੰਪੋਰਟੈਂਟ ਫੈਸਲਾ ਜਿਹੜਾ ਆਇਆ ਸੀ, ਉਹ ਲੋਕਾਂ ਲਈ ਬਹੁਤ ਜ਼ਰੂਰੀ ਹੈ ਜਿਹੜੇ ਆਰਬੀਟ੍ਰੇਸ਼ਨ ਪ੍ਰੋਸੀਡਿੰਗ, ਜਿਨ੍ਹਾਂ ਦੇ ਆਰਬਿਟਰਲ ਕੇਸਿਸ ਨੇ, ਕਿ ਵੀ ਹੁਣ ਨੋਰਮਲ ਕੰਡੀਸ਼ਨਾਂ ਆ ਗਈਆਂ ਨੇ ਤੇ ਹੁਣ ਤੁਸੀਂ 14/3/2021 ਤੋਂ ਕੇਸ ਦਾਇਰ ਕਰੋ ਜਿਨ੍ਹਾਂ ਦੀ ਲਿਮਿਟੇਸ਼ਨ ਰਹਿੰਦੀ ਹੈ। ਜਦੋਂ ਵੀ ਕੋਈ ਪੀਰੀਅਡ ਜਿਹੜਾ ਲਾਅ ਨੇ ਪ੍ਰੋਵਾਈਡ ਕੀਤਾ, ਜੇ ਉਹ ਮਿਆਦ ਉਹਦੀ ਪੁੰਗ ਜੇ ਨਾ, ਲੰਘ ਜੇ, ਫਿਰ ਐਪਲੀਕੇਸ਼ਨ ਲੱਗਦੀ ਹੈ ਅੰਡਰ ਸੈਕਸ਼ਨ 5 ਆਫ ਦੀ ਲਿਮਿਟੇਸ਼ਨ ਐਕਟ। ਉਹ ਕੋਰਟ ਉਹਨੂੰ ਮਾਫ ਵੀ ਕਰ ਸਕਦੀ ਹੈ, ਕੰਡੋਨ ਵੀ ਕਰ ਸਕਦੀ ਹੈ, ਨਹੀਂ ਵੀ ਕਰ ਸਕਦੀ। ਉਹ ਝੰਜਟ ਹੀ ਖਤਮ ਹੋ ਗਿਆ, ਉਹ ਲਾਉਣ ਦੀ ਕਿਸੇ ਨੂੰ ਲੋੜ ਹੀ ਨਹੀਂ ਸੀ। ਤਾਂ ਹੋਰ ਕਿਹੜੀ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਕਈ ਵਾਰੀ ਵਕੀਲਾਂ ਕੋਲ ਆਮ ਲੋਕ ਜਾਂਦੇ ਆ ਤਾਂ ਉੱਥੇ ਵੀ ਬਹੁਤ ਸਾਰੀ ਖੱਜਲ ਖੁਆਰੀ ਹੋ ਜਾਂਦੀ ਹੈ। ਸੋ ਆਈ ਡੋਂਟ ਵਾਂਟ ਟੂ ਕਮੈਂਟ ਔਨ ਦੈਟ ਪਾਰਟ। ਪਹਿਲਾਂ ਤੇ ਜਿਹੜਾ ਇੱਕ ਜੱਜ ਦੀ ਚੇਅਰ ਤੇ ਬੈਠਾ ਹੈ, ਆਮ ਲੋਕਾਂ ਨੂੰ ਬੇਸ਼ੱਕ ਨਹੀਂ ਪਤਾ, ਉਹਨੂੰ ਪਤਾ ਨਹੀਂ ਹੋਣਾ ਚਾਹੀਦਾ। ਇਹ ਜਦੋਂ ਅਦਾਲਤਾਂ ਤੋਂ ਇਸ ਤਰ੍ਹਾਂ ਦਾ ਸੁਪਰੀਮ ਕੋਰਟ ਤੋਂ ਫੈਸਲਾ ਆਉਂਦਾ ਹੈ ਤੇ ਹੇਠਲੀਆਂ ਅਦਾਲਤਾਂ ਤੱਕ ਇਹ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ, ਕਲੀਅਰ ਹੁੰਦਾ, ਜਾਂ ਸੁਣਨਾ ਹੀ ਨਹੀਂ ਚਾਹੁੰਦਾ ਕੋਈ ਕਿ ਨਹੀਂ? ਵਕੀਲ ਜਿਹੜਾ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ, ਉਹ ਦਿਖਾਵੇ ਨਾ। ਹਾਂ, ਤੁਸੀਂ ਫੈਸਲਾ ਦਿਖਾਉਂਦੇ ਆ, ਉਸ ਤੋਂ ਬਾਅਦ ਮੰਨਦੀ ਹੈ ਹਰ ਕੋਰਟ। ਲੋਕ ਮਸਲਿਆਂ ਨੂੰ ਲੈ ਕੇ ਅਦਾਲਤਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਤਾਂ ਇਸੇ ਕਰਕੇ ਲੋਕਾਂ ਨੂੰ ਆਸ ਵੀ ਹੁੰਦੀ ਹੈ ਕਿ ਅਸੀਂ ਅਦਾਲਤਾਂ ਤੱਕ ਜਾਈਏ। ਜਦੋਂ ਕਿਸੇ ਨੂੰ ਨਿਆਂ ਨਹੀਂ ਮਿਲਦਾ ਤਾਂ ਆਖਰਕਾਰ ਉਹਨਾਂ ਕੋਲ ਰਸਤਾ ਬਚਦਾ ਹੈ ਕਿ ਉਹ ਅਦਾਲਤਾਂ ਵੱਲ ਜਾਣ। ਇਸ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਫੈਸਲਾ ਦਿੱਤਾ ਹੈ, ਜਿਹੜਾ ਕਿ ਸਿੱਧਾ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ। ਆਮ ਹੋਣ ਜਾਂ ਖਾਸ ਹੋਣ, ਹਰੇਕ ਦੀ ਜਿਸ ਦੀ ਵੀ ਅਦਾਲਤਾਂ ਤੱਕ ਕੋਈ ਨਾ ਕੋਈ ਕੰਮ ਹੈ, ਕੇਸ ਹੈ, ਉਸ ਦੀ ਸੁਣਵਾਈ ਨੂੰ ਲੈ ਕੇ ਮਿਆਦ ਵਧਾਉਣ ਦਾ ਫੈਸਲਾ ਦਿੱਤਾ ਗਿਆ। ਇਹ ਸਾਰਾ ਫੈਸਲਾ ਕੀ ਹੈ, ਇਸ ਬਾਰੇ ਅਸੀਂ ਚਰਚਾ ਕਰਾਂਗੇ ਤੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਣਗੇ ਚਰਨਪਾਲ ਸਿੰਘ ਬਾਗੜੀ ਜੀ, ਜਿਹੜੇ ਕਿ ਸੁਪਰੀਮ ਕੋਰਟ ਦੇ ਉੱਘੇ ਵਕੀਲ ਨੇ। ਇਹਨਾਂ ਬਾਰੇ ਜੇ ਮੈਂ ਤੁਹਾਨੂੰ ਜਾਣ ਪਛਾਣ ਕਰਾਵਾਂ ਤਾਂ ਸਭ ਤੋਂ ਵੱਡੇ ਮਸਲੇ ਜਿਹੜੇ ਰਹੇ ਆ ਲੋਕਾਂ ਦੇ ਇੰਟਰਸਟ ਦੇ, ਪ੍ਰੋ ਬੋਨੋ ਕੇਸ ਲੜਦੇ ਨੇ, ਜਿਸ ਦੇ ਵਿੱਚ ਨਿੱਜੀ ਸਕੂਲਾਂ ਦਾ ਮਸਲਾ ਸੀ, ਫੀਸਾਂ ਵਸੂਲਣ ਦਾ, ਜਾਂ ਪਾਣੀ ਦਾ ਮਸਲਾ ਹੈ ਪੰਜਾਬ ਦਾ, ਜਾਂ ਕਿਸਾਨਾਂ ਨੂੰ ਸਹੀ ਸਮੇਂ 'ਤੇ MSP ਦਿਵਾਉਣ ਦਾ ਮਸਲਾ ਹੈ। ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਇਹ ਕੇਸ ਵੀ ਲੜਦੇ ਰਹਿੰਦੇ ਨੇ, ਔਰ ਛੁੱਟੀਆਂ ਵਾਲੇ ਦਿਨ ਖਾਸ ਕਰਕੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਲੋਕ ਮਸਲਿਆਂ ਦੇ ਉੱਤੇ ਕੰਮ ਵੀ ਕਰਦੇ ਨੇ। ਸਾਡੇ ਨਾਲ ਨੇ ਔਰ ਜਿਹੜੀ ਮਿਆਦ ਵਧਾਈ ਗਈ ਹੈ, ਇਸ ਬਾਰੇ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਬਾਗੜੀ ਸਾਹਿਬ, ਸਭ ਤੋਂ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਸੁਪਰੀਮ ਕੋਰਟ ਦਾ ਜਿਹੜਾ ਬੀਤੇ ਦਿਨੀ ਫੈਸਲਾ ਆਉਂਦਾ ਮਿਆਦ ਵਧਾਉਣ ਦਾ, ਕੇਸਾਂ ਦੀ ਅਪੀਲਾਂ ਦੀ ਦਲੀਲਾਂ ਦੀ ਸੁਣਵਾਈ ਨੂੰ ਲੈ ਕੇ, ਇਸ ਨੂੰ ਲੈ ਕੇ ਪੂਰੇ ਮਸਲੇ ਨੂੰ ਸਮਝਾਓ ਆਮ ਭਾਸ਼ਾ ਦੇ ਵਿੱਚ, ਲੋਕਾਂ ਨੂੰ ਕੀ ਲਾਭ ਹੋਣਾ ਇਹਦਾ? ਦੇਖੋ, ਨੇਸ਼ਨ ਵਾਈਡ ਲੋਕਡਾਊਨ ਜਿਹੜਾ ਇਨ ਇੰਡੀਆ ਹੈਜ਼ ਬੀਨ ਅਨਾਊਂਸਡ 23rd of March 2020, ਬਟ ਉਹਦੇ ਵਿੱਚ ਗਵਰਨਮੈਂਟ, ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਇਹ ਕੋਈ ਵੀ ਫੈਸਲਾ ਨਹੀਂ ਸੀ ਕਰ ਪਾਈ, ਕਿਉਂਕਿ ਆਮ ਲੋਕਾਂ ਨੇ ਕੇਸ ਵੀ ਦਾਇਰ ਕਰਨੇ ਸੀ, ਵਕੀਲਾਂ ਨੂੰ ਵੀ ਉਹ ਇੱਕਦਮੇ ਬੰਦ ਹੋ ਗਏ ਸੀ। So exercising the power under Article 141, 142 of the Constitution of India, Honorable Apex Court has ordered ਕਿ ਵੀ ਜਿਹੜਾ ਇਸ ਪੀਰੀਅਡ ਦੇ ਦੌਰਾਨ ਕੇਸਾਂ ਦੀ ਮਿਆਦ ਪੂਰੀ ਹੋ ਗਈ, ਜਿਹਨੂੰ ਅਸੀਂ ਲਿਮਿਟੇਸ਼ਨ ਬੋਲਦੇ ਹਾਂ, ਉਹ ਗਿਣਿਓ ਨਹੀਂ ਜਾਊਗੀ। ਉਹ ਚਾਹੇ ਕੇਸ ਦਾਇਰ ਕਰਨਾ, ਅਪੀਲ ਦਾਇਰ ਕਰਨੀ ਹੈ ਜਾਂ ਕੋਈ ਹੋਰ ਐਪਲੀਕੇਸ਼ਨ ਦਾਇਰ ਕਰਨੀ ਹੈ, ਉਹਦੇ ਵਾਸਤੇ ਉਹ ਆੜੇ ਨਹੀਂ ਆਊਗੀ, ਉਹ ਖਤਮ ਹੋ ਜੂਗੀ। ਔਰ ਮੈਂ ਸਟ੍ਰੇਟ ਵੇ ਗੱਲ ਕਲੀਅਰ ਅੱਜ ਕਰ ਦੇਣਾ ਚਾਹੁੰਦਾ, 15/3/2020 ਤੋਂ ਲੈ ਕੇ ਹੁਣ ਆਉਣ ਵਾਲੇ ਟਾਈਮ ਤੱਕ, ਹੁਣ ਵੀ ਇਹ ਨਹੀਂ ਵੀ ਅੱਜ ਤੱਕ ਉਹ ਖੁੱਲੀ ਛੁੱਟੀ ਦੇਤੀ ਹੈ, ਉਹ ਆਉਣ ਵਾਲੇ ਟਾਈਮ ਤੱਕ ਹੋ ਸਕਦਾ ਉਹ 2022 ਤੱਕ ਜਾਵੇ, ਜੁਲਾਈ ਤੱਕ ਜਾਵੇ, ਕਿਉਂਕਿ ਅਗਲੀ ਡੇਟ ਤਾਂ ਉਹ 'ਚ ਜੁਲਾਈ 19 ਜੁਲਾਈ ਫਿਕਸ ਕੀਤੀ ਹੈ ਕੋਰਟ ਨੇ। ਪਤਾ ਨਹੀਂ ਕਿੱਦਾਂ ਦੇ ਹਾਲਾਤ ਬਣਨੇ ਨੇ। ਉਹ ਕੋਈ ਮਤਲਬ ਜਿਹੜੇ ਆਮ ਲੋਕਾਂ ਵਾਸਤੇ ਇਹਦਾ ਇਹ ਬੈਨੀਫਿਟ ਹੈ ਕਿ ਕੋਈ ਜਿਹੜਾ ਲਾਅ ਆਫ ਲਿਮਿਟੇਸ਼ਨ ਹੁੰਦਾ ਸੀ ਨਾ, ਬੜੀ ਉਹ ਉਹਨਾਂ 'ਤੇ ਬਰਡਨ ਵੀ ਰਹਿੰਦਾ ਸੀ ਵੀ ਅਸੀਂ ਵਕੀਲ ਸਾਹਿਬ ਕਰਕੇ ਅੱਗੇ ਫਾਈਲ ਕਰੀਏ ਕੇਸ, ਜਾਂ ਵਕੀਲ ਸਾਹਿਬ ਨੂੰ ਵੀ ਹੁਣ ਲੋਕਡਾਊਨ 'ਚ ਤਾਂ ਅਪੀਅਰ ਨਹੀਂ ਹੋ ਸਕਦੇ। ਇਹ ਵੱਡੀ ਰਿਲੀਫ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ। ਤਾਂ ਜਿਹੜੀ ਰਿਲੀਫ ਦਾ ਮਤਲਬ ਇਹੀ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇੱਕ ਰਾਹਤ ਮਿਲ ਗਈ, ਤਾਂ ਇਸ ਦੇ ਨਾਲ ਕੇਸ ਦੀ ਸੁਣਵਾਈ ਜਾਂ ਆਪਣੀ ਅਪੀਲ ਲਾਉਣੀ ਆ, ਦਲੀਲ ਕਰਨੀ ਆ ਕਿਸੇ ਨੇ, ਖੁੱਲ੍ਹਾ ਸਮਾਂ।
ਤਾਂ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਤੁਸੀਂ ਇਸ ਮਸਲੇ ਨੂੰ ਲੈ ਕੇ ਬਹੁਤ ਇਨਵੋਲਵ ਰਹੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਡਾ ਵਾਹ ਕਦੋਂ ਪਿਆ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਔਰ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਗਏ ਜਦੋਂ? 6/5/2020 ਨੂੰ ਜਿਹੜੀ ਐਪਲੀਕੇਸ਼ਨ ਮੇਰੇ ਵੱਲੋਂ ਆਈ ਹੈ ਫਾਈਲ ਕੀਤੀ ਗਈ ਸੀ, ਔਰ 10/7/2020 ਨੂੰ ਇੱਕ ਉਹਦੇ ਨਾਲ ਰਿਲੇਟਡ ਬੜਾ ਇੰਪੋਰਟੈਂਟ ਫੈਸਲਾ ਜਿਹੜਾ ਆਇਆ ਸੀ, ਉਹ ਲੋਕਾਂ ਲਈ ਬਹੁਤ ਜ਼ਰੂਰੀ ਹੈ ਜਿਹੜੇ ਆਰਬੀਟ੍ਰੇਸ਼ਨ ਪ੍ਰੋਸੀਡਿੰਗ, ਜਿਨ੍ਹਾਂ ਦੇ ਆਰਬਿਟਰਲ ਕੇਸਿਸ ਨੇ, ਜਿਨ੍ਹਾਂ ਦੀ ਲੈਂਡ ਅਕਵਾਇਰ ਹੋਈ ਆ, ਉਹ ਕਮਿਸ਼ਨਰ ਕੋਲ ਬੀਇੰਗ ਆਰਬਿਟਰੇਟਰ ਕੋਲੇ ਉਹਨਾਂ ਦੀਆਂ ਐਪਲੀਕੇਸ਼ਨਾਂ ਪਈਆਂ ਹੋਈਆਂ। ਆਰਬਿਟ੍ਰੇਸ਼ਨ ਐਕਟ ਦੇ ਵਿੱਚ 29A ਦੇ ਵਿੱਚ ਇੱਕ ਟਾਈਮ ਪ੍ਰਿਸਕ੍ਰਾਈਬ ਕੀਤਾ ਹੋਇਆ ਵੀ ਆਰਬਿਟਰੇਟਰ ਕੋਲੋਂ ਜਦੋਂ ਨੈਸ਼ਨਲ ਹਾਈਵੇ ਨੇ ਜਾਂ ਲੈਂਡ ਓਨਰ ਨੇ ਅਪੀਲ ਕਰਤੀ ਜਾਂ ਉੱਥੇ ਐਪਲੀਕੇਸ਼ਨ ਦਾਇਰ ਕਰਤੀ, ਤਾਂ ਉਹਨੇ 1 ਸਾਲ ਦੇ ਵਿੱਚ ਉਹਨੂੰ ਡਿਸਾਈਡ ਕਰਨਾ ਹੁੰਦਾ। ਉਹ ਤੋਂ ਬਾਅਦ ਉਹਦਾ ਮੈਂਡੇਟ ਖਤਮ ਹੋ ਜਾਂਦਾ, ਫਿਰ ਉਹ ਅੱਗੇ ਕੋਰਟ ਕੋਲ ਜਾਂਦਾ, ਔਰ ਉੱਥੇ 23/4 ਦੇ ਵਿੱਚ ਕੋਰਟ 6 ਮਹੀਨੇ ਵਧਾ ਸਕਦੀ ਹੈ। ਹੁਣ ਉਹ ਐਪਲੀਕੇਸ਼ਨ ਦੇ ਵਿੱਚ ਇਹ ਕਿਹਾ ਸੀ ਵੀ ਜਦੋਂ ਤੁਸੀਂ ਹੋਰ 2 ਤਰ੍ਹਾਂ ਦੇ ਲਾਅ ਨੇ, ਇੱਕ ਜਰਨਲ ਨੇ, ਇੱਕ ਸਪੈਸ਼ਲ ਨੇ। ਆਰਬਿਟ੍ਰੇਸ਼ਨ ਜਿਹੜਾ ਉਹ ਸਪੈਸ਼ਲ ਲਾਅ ਹੈ ਜਿਹ 'ਚ ਲਿਮੀਟੇਸ਼ਨ ਕਿਹਾ ਹੋਇਆ ਵੀ ਜਿਹਨੇ ਜੱਜ ਨੇ ਡਿਸਾਈਡ ਕਰਨਾ, ਆਰਬਿਟਰੇਟਰ ਨੇ, ਉਹਨੇ ਇੰਨੇ ਟਾਈਮ 'ਚ ਕਰਨਾ ਹੀ ਕਰਨਾ। ਇਹ ਬਹੁਤ ਇੰਪੋਰਟੈਂਟ ਆ। ਹੁਣ ਉਹ ਟਾਈਮ ਵੀ ਵਧਾਤਾ ਸੀ। ਇਹ 10/7/2020 ਦੀ ਆਰਡਰ ਹੈ। ਉਸ ਤੋਂ ਬਿਨਾਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਹੈ 138, ਜਿਹਦੇ ਵਿੱਚ ਕੋਈ ਚੈੱਕ ਡਿਸਆਨਰ ਹੋ ਗਿਆ ਜਾਂ ਕੋਈ ਹੋਰ ਪ੍ਰੋਸੀਡਿੰਗ ਹੈ, ਉਹਦੀ B ਤੇ C ਪ੍ਰੋਵੀਜ਼ਨ 138 B ਤੇ C, ਉਹਦੇ ਜਿਹੜੇ ਕੇਸ ਨੇ ਉਹ ਵੀ ਵਧਾਤੀ ਸੀ। ਪਰ ਹੋਇਆ ਕੀ ਅਲਟੀਮੇਟਲੀ, ਇਹ ਕੇਸ 2020 ਦਾ ਸੀ, 23/3/2020 ਤੋਂ ਸਟਾਰਟ ਹੋਇਆ, ਔਰ ਉਸ ਤੋਂ ਬਾਅਦ ਜਿਹੜਾ ਇਹ ਫਾਈਨਲ 8/3/2020 ਨੂੰ ਸੁਪਰੀਮ ਕੋਰਟ ਨੇ ਕੀਤਾ, ਆਨਰੇਬਲ ਚੀਫ ਜਸਟਿਸ ਕੋਰਟ ਨੇ, ਕਿ ਵੀ ਹੁਣ ਨੋਰਮਲ ਕੰਡੀਸ਼ਨਾਂ ਆ ਗਈਆਂ ਨੇ ਤੇ ਹੁਣ ਤੁਸੀਂ 14/3/2021 ਤੋਂ ਕੇਸ ਦਾਇਰ ਕਰੋ ਜਿਨ੍ਹਾਂ ਦੀ ਲਿਮੀਟੇਸ਼ਨ ਰਹਿੰਦੀ ਹੈ। 8/3/2021 ਨੂੰ ਕਹਿ ਦਿੱਤਾ ਗਿਆ। ਇਹ 8/3/2021 ਨੂੰ ਕਹਿਤਾ ਕਿ ਵੀ ਹੁਣ ਨੋਰਮਲ ਹੋ ਗਿਆ, ਫਿਜ਼ੀਕਲ ਓਪਨਿੰਗ ਹੋ ਗਈ, ਕੋਈ ਲੋਕਡਾਊਨ ਲਿਫਟ ਹੋ ਗਿਆ ਸੀ ਤੇ ਵੀ ਤੁਸੀਂ ਹੁਣ ਮਤਲਬ ਜਿਹੜੇ ਹੈ 90 ਦਿਨ ਦਾ ਟਾਈਮ ਉੱਥੇ ਪ੍ਰੋਵਾਈਡ ਕੀਤਾ ਸੀ, ਜਿਨ੍ਹਾਂ ਦੀ ਮਿਆਦ ਉਸ ਲੋਕਡਾਊਨ ਦੇ ਦੌਰਾਨ ਪੂਰੀ ਹੋਈ ਸੀ, ਕਿ ਤੁਸੀਂ ਲਿਮੀਟੇਸ਼ਨ ਦੀ ਐਪਲੀਕੇਸ਼ਨ ਲਾਉਣ ਦੀ ਲੋੜ ਨਹੀਂ। ਹੁਣ ਜਿਹੜੇ ਲੀਗਲ ਪ੍ਰੋਫੈਸ਼ਨ ਨਾਲ ਰਿਲੇਟਡ ਆ ਉਹਨਾਂ ਨੂੰ ਤਾਂ ਬਹੁਤ ਅੱਛੀ ਤਰ੍ਹਾਂ ਸਮਝ ਆ ਜਾਂਦਾ, ਜਦੋਂ ਵੀ ਕੋਈ ਪੀਰੀਅਡ ਜਿਹੜਾ ਲਾਅ ਨੇ ਪ੍ਰੋਵਾਈਡ ਕੀਤਾ, ਜੇ ਉਹ ਮਿਆਦ ਉਹਦੀ ਪੁੰਗ ਜੇ ਨਾ, ਲੰਘ ਜੇ, ਫਿਰ ਐਪਲੀਕੇਸ਼ਨ ਲੱਗਦੀ ਹੈ ਅੰਡਰ ਸੈਕਸ਼ਨ 5 ਆਫ ਦੀ ਲਿਮੀਟੇਸ਼ਨ ਐਕਟ। ਉਹ ਕੋਰਟ ਉਹਨੂੰ ਮਾਫ ਵੀ ਕਰ ਸਕਦੀ ਹੈ, ਕੰਡੋਨ ਵੀ ਕਰ ਸਕਦੀ ਹੈ, ਨਹੀਂ ਵੀ ਕਰ ਸਕਦੀ। ਉਹ ਝੰਜਟ ਹੀ ਖਤਮ ਹੋ ਗਿਆ, ਉਹ ਲਾਉਣ ਦੀ ਕਿਸੇ ਨੂੰ ਲੋੜ ਹੀ ਨਹੀਂ ਸੀ। ਤੇ 8/3/2021 ਨੂੰ ਕੋਰਟ ਨੇ ਕੇਸ ਡਿਸਪੋਜ਼ ਆਫ ਕਰਤਾ, ਡਿਸਾਈਡ ਕਰਤਾ ਕਿ ਵੀ ਹੁਣ ਫਿਜ਼ੀਕਲ ਓਪਨਿੰਗ ਹੋਗੀ, ਤੁਸੀਂ 90 ਦਿਨ ਦੇ ਵਿੱਚ ਇਹਨਾਂ ਨੂੰ ਦਾਇਰ ਕਰੋ, ਜਾਂ ਜਿਨ੍ਹਾਂ ਦੀ ਲਿਮੀਟੇਸ਼ਨ 15/3/2020 ਤੋਂ ਪਹਿਲਾਂ ਖਤਮ ਹੋਈ ਹੈ ਪਰ ਥੋੜਾ ਪੀਰੀਅਡ ਰਹਿੰਦਾ ਵੀ ਉਹ ਪੀਰੀਅਡ ਅੱਜ ਤੋਂ ਸ਼ੁਰੂ ਹੋਊਗਾ। ਤੇ ਹੁਣ ਕੀ ਹੋਇਆ, ਸੈਕੰਡ ਵੇਵ ਜਿਹੜੀ ਹੈ ਸ਼ੁਰੂ ਹੋ ਗਈ। ਹੁਣ ਸੈਕੰਡ ਵੇਵ ਦੇ ਮੱਦੇਨਜ਼ਰ ਐਡਵੋਕੇਟ ਔਨ ਰਿਕਾਰਡ ਜਿਹੜੇ ਉਹਨਾਂ ਦੀ ਐਸੋਸੀਏਸ਼ਨ ਆ, ਉਹਨਾਂ ਨੇ ਫਾਈਲ ਕੀਤੀ ਹੈ ਰਿਵਾਈਵਲ ਦੀ, ਉਹਦੇ ਵਿੱਚ ਹੀ ਆਰਡਰ ਕੀਤਾ ਹੁਣ 27/4/2021 ਨੂੰ, ਔਰ ਉਹਦੇ ਵਿੱਚ ਜਿਹੜਾ ਆਰਡਰ ਸਾਰਾ ਕਲੀਅਰ ਕਰਤਾ, ਚਾਹੇ ਉਹ ਜੁਡੀਸ਼ੀਅਲ ਜਾਂ ਕੁਆਸ਼ੀ ਜੁਡੀਸ਼ੀਅਲ। ਬਹੁਤ ਲੋਕਾਂ ਨੂੰ ਇਹ ਮੈਂ ਕਲੀਅਰ ਕਰਦਾ, ਜਿਵੇਂ ਕੋਈ ਤਹਿਸੀਲਦਾਰ ਦੇ ਤਕਸੀਮ ਦਾ ਦਾਅਵਾ, SDM ਕੋਲ ਇੰਤਕਾਲ ਮੁਤਨਾਜ਼ਾ ਕੀਤਾ ਹੋਇਆ, ਬਹੁਤ ਮੈਕਸੀਮਮ ਪੰਜਾਬ 'ਚ ਤਾਂ, ਹਰਿਆਣੇ 'ਚ ਤਾਂ ਬੇਸਿਕਲੀ ਬਹੁਤ ਕੇਸ ਨੇ ਇੱਦਾਂ ਤਰ੍ਹਾਂ ਦੇ, ਉਹਦੇ ਵਿੱਚ ਵੀ ਜਿਹੜੀ ਲਿਮੀਟੇਸ਼ਨ ਹੈ ਉਹ ਵੀ ਇਸ ਆਰਡਰ ਦੇ ਵਿੱਚ ਲਿਖਤ ਵਿੱਚ ਕਰਤਾ, ਉਹ ਵੀ ਖਤਮ ਕਰਤੀ ਹੈ, ਉਹ ਆੜੇ ਨਹੀਂ ਆਊਗੀ। ਆਰਬਿਟ੍ਰੇਸ਼ਨ ਐਕਟ ਤਾਂ ਸਪੈਸ਼ਲ ਸਟੈਚੂਟ ਹੈ, ਬਹੁਤ ਸਾਰੇ ਜਿਹੜੇ ਸਟੈਚੂਟਰੀ ਪ੍ਰੋਵੀਜ਼ਨਸ ਨੇ ਉੱਥੇ ਲੈਜਿਸਲੇਚਰ ਨੇ, ਸਟੇਟ ਤੇ ਸੈਂਟਰਲ ਨੇ ਇਹ ਕਿਹਾ ਹੋਇਆ ਹੈ, ਜਿਵੇਂ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ, ਜਿਹੜੀ ਉਹਦੇ 'ਚ ਰਿਪਲਾਈ ਫਾਈਲ ਕਰਨ ਦੀ ਹੈ, ਜਜਮੈਂਟ ਵੀ ਹੈ ਸੁਪਰੀਮ ਕੋਰਟ ਦੀ, 30 ਦਿਨ ਦੇ ਵਿੱਚ ਨੋਟਿਸ ਰਿਸੀਵ ਹੋਣ ਤੇ 30 ਦਿਨ ਦੇ ਵਿੱਚ ਉਹ ਦਾਇਰ ਕਰਨੀ ਜ਼ਰੂਰੀ ਹੈ। ਕੀ ਉਹ ਇਹਦੇ ਨਾਲ ਕਵਰ ਹੋਊਗੀ? ਇਹ ਤਾਂ ਆਰਡਰ ਹੀ ਕਲੀਅਰ ਹੋ ਗਿਆ। ਕਈ ਵਾਰ ਨਹੀਂ ਨੌਲੇਜ ਹੁੰਦੀ, ਬੰਦਾ ਕਹਿੰਦਾ ਵੀ ਮੇਰੀ ਤਾਂ ਲਿਮੀਟੇਸ਼ਨ ਲੰਘੀ ਹੋਈ ਆ, ਮੈਂ ਆਉਣ ਵਾਲੇ ਟਾਈਮ 'ਚ ਕਰਾਂ ਜਾਂ ਨਾ ਕਰਾਂ। ਸੋ ਫਾਰ ਦੈਟ ਪਰਪਜ਼ ਇਟ ਇਜ਼ ਆਲਸੋ ਇੰਪੋਰਟੈਂਟ ਟੂ ਕਲੈਰੀਫਾਈ ਟੂ ਦੀ ਜਰਨਲ ਪਬਲਿਕ ਦੈਟ ਵਟਐਵਰ ਦੀ ਐਕਟ ਇਜ਼ ਦੇਅਰ, ਕਿਸੇ ਵੀ ਅਪੀਲ ਪੈਂਡਿੰਗ ਹੈ ਕਿਸੇ ਦੀ, ਜਾਂ ਕੋਈ ਹੋਰ, ਜਾਂ ਕੋਈ ਕਿਸੇ ਆਫੀਸਰ ਕਿਸੇ ਨੂੰ ਪਰੇਸ਼ਾਨ ਕਰ ਰਿਹਾ, ਕਿਉਂਕਿ ਕੁਛ ਆਰਬਿਟ੍ਰੇਸ਼ਨ ਕੇਸਿਸ ਦੇ ਮੇਰੇ ਨੋਟਿਸ 'ਚ ਆਇਆ ਵੀ ਜਿਹੜੇ ਆਰਬਿਟਰੇਟਰ ਨੇ ਉਹ ਮੈਂਡੇਟ 'ਚ ਪਾਤੇ ਵੀ ਮੇਰਾ ਤਾਂ ਸਾਲ ਪੂਰਾ ਹੋ ਗਿਆ 2020 'ਚ ਜਾ ਕੇ, ਜਦੋਂ ਆਰਡਰ 10/7/2020 ਵਾਲਾ ਕਲੀਅਰ ਹੈ ਵੀ 29A ਦੇ ਵਿੱਚ ਲਿਮੀਟੇਸ਼ਨ ਆੜੇ ਨਹੀਂ ਆਊਗੀ, ਇੱਕ ਆਫੀਸ਼ੀਅਲ ਡੈਜ਼ਿਗਨੇਟਡ ਬੰਦਾ ਬੈਠਾ ਆਰਬਿਟਰੇਟਰ, ਆਰਡਰ ਕੀਤਾ, ਉਹ ਤੋਂ ਬਾਅਦ ਆਮ ਲੋਕਾਂ ਨੂੰ ਕੀ ਪਰੇਸ਼ਾਨੀ ਆਈ, ਉਹ ਕੋਰਟ 'ਚ ਗਏ,
ਕੋਰਟ 'ਚ ਜਾ ਕੇ 6 ਮਹੀਨੇ ਫਿਰ ਵਧਾ ਕੇ ਆਏ। ਜਦੋਂ ਆਰਡਰ 10/7/2020 ਵਾਲਾ ਅੰਡਰ ਆਰਟੀਕਲ 141 142 is binding upon all the tribunals, all the courts within the territory of India, ਇੰਡੀਆ ਦੇ ਵਿੱਚ ਜਿੰਨੀਆਂ ਵੀ ਲਾਗੂ ਨੇ, ਇਹਨੂੰ ਪ੍ਰੂਵ ਕਰਨ ਦੀ ਕੀ ਲੋੜ ਹੈ? ਉਹ ਕਿੰਨਾ, ਕਿਉਂਕਿ ਇਹ ਇਗਨੋਰੈਂਸ 'ਚ ਹੋਇਆ। ਮੈਂ ਹੁਣ ਵੀ ਤੁਹਾਡੇ ਜਰੀਏ ਇਹ ਕਲੀਅਰ ਕਰਨਾ ਚਾਹੁੰਦਾ, ਚਾਹੇ ਉਹ ਲੀਗਲ ਪ੍ਰੋਫੈਸ਼ਨਲ ਜਾਂ ਆਮ ਜਨਤਾ ਜਿਹੜੀ, ਉਹਨਾਂ ਨੂੰ ਉਹਨਾਂ ਦੇ ਹੱਕਾਂ ਦਾ ਪਤਾ ਹੋਣਾ ਚਾਹੀਦਾ। ਗਵਰਨਮੈਂਟ ਨੇ ਭਾਵੇਂ ਕਿ ਕੋਈ ਪ੍ਰਪੋਜ਼ਲ ਤਿਆਰ ਨਹੀਂ ਸੀ ਕੀਤੀ ਜਦੋਂ ਨੇਸ਼ਨ ਵਾਈਡ ਲੋਕਡਾਊਨ ਕੀਤਾ, ਬਣਦਾ ਤਾਂ ਸਾਰਾ ਸੀ ਵੀ ਪੂਰਾ ਘਰ ਦਾ ਜਿਹੜਾ ਕਰਤਾ ਉਹ ਉਹੀ ਤਿਆਰ ਕਰਦਾ, ਪਰ ਪਾਵਰਾਂ ਬਹੁਤ ਨੇ ਸੁਪਰੀਮ ਕੋਰਟ ਦੀਆਂ ਜੇ ਕਰਨ ਤੇ ਆਵੇ। ਬਿਲਕੁਲ ਬਾਗੜੀ ਸਾਹਿਬ, ਮੈਂ ਤੁਹਾਨੂੰ ਇੱਥੇ ਰੋਕਣਾ ਚਾਹੁੰਦਾ। ਜਿਵੇਂ ਇਹ ਗੱਲ ਕਲੀਅਰ ਹੋ ਗਈ ਕਿ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਬਹੁਤ ਵੱਡਾ ਫੈਸਲਾ ਕਿ ਰਾਤ ਦੇਤੀ ਤੁਸੀਂ ਆਪਣੀ ਅਪੀਲ, ਦਲੀਲ, ਕੇਸਾਂ ਦੀ ਸੁਣਵਾਈ ਨੂੰ ਲੈ ਕੇ, ਮਿਆਦ ਕੋਈ ਨਿਸ਼ਚਿਤ ਨਹੀਂ ਹੈ ਅਗਲੇ ਹੁਕਮਾਂ ਤੱਕ। ਤਾਂ ਫਿਰ ਜਿਵੇਂ ਤੁਸੀਂ ਦੱਸਿਆ ਕਿ ਕਈ ਵਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਲੋਕ ਆ ਜਿਹੜੇ ਉਹ ਚਿੰਤਾ ਦੇ ਵਿੱਚ ਆ ਜਾਂਦੇ ਆ ਕਿ ਸਾਡਾ ਸਮਾਂ ਨਾ ਲੰਘ ਜੇ ਉਸ ਮਿਆਦ ਦਾ ਕੇਸ ਨੂੰ ਲੈ ਕੇ। ਤਾਂ ਉਸ ਤੋਂ ਬਚਣ ਦੇ ਲਈ ਸਾਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਤਾਂ ਹੋਰ ਕਿਹੜੀ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਕਈ ਵਾਰੀ ਵਕੀਲਾਂ ਕੋਲ ਆਮ ਲੋਕ ਜਾਂਦੇ ਆ ਤਾਂ ਉੱਥੇ ਵੀ ਬਹੁਤ ਸਾਰੀ ਖੱਜਲ ਖੁਆਰੀ ਹੋ ਜਾਂਦੀ ਲੋਕ। ਸੋ ਆਈ ਡੋਂਟ ਵਾਂਟ ਟੂ ਕਮੈਂਟ ਔਨ ਦੈਟ ਪਾਰਟ। ਪ੍ਰੋਫੈਸ਼ਨਲ ਲਾਈਫ ਹੈ, ਵਕੀਲਾਂ ਨੇ ਵੀ ਮਾਰ ਚੱਲ ਰਹੇ ਨੇ ਲੋਕਡਾਊਨ ਦੀ, ਬਟ ਐਜ਼ ਪਰ ਐਜ਼ ਸਭ ਤੋਂ ਪਹਿਲਾਂ ਮੈਂ ਇਹ ਗੱਲ, ਜਿਹੜਾ ਮੇਰਾ ਓਪੀਨੀਅਨ ਹੈ, ਪਹਿਲਾਂ ਤੇ ਜਿਹੜਾ ਇੱਕ ਜੱਜ ਦੀ ਚੇਅਰ ਤੇ ਬੈਠਾ ਹੈ, ਆਮ ਲੋਕਾਂ ਨੂੰ ਬੇਸ਼ੱਕ ਨਹੀਂ ਪਤਾ, ਉਹਨੂੰ ਪਤਾ ਨਹੀਂ ਹੋਣਾ ਚਾਹੀਦਾ। ਬਿਲਕੁਲ। ਜਿਹੜਾ ਹਰ ਰੋਜ਼ ਕਿਸੇ ਨੂੰ ਕੰਪੈਲ ਕਰਕੇ ਕੋਰਟ ਲਾ ਰਿਹਾ ਜਾਂ ਕੁਝ ਹੋਰ ਕਰ ਰਿਹਾ, ਕਿਤੇ ਸੁਣਨ 'ਚ ਆਇਆ, ਪਹਿਲਾਂ ਤਾਂ ਉਹਨੂੰ ਕਲੀਅਰ ਹੋਣਾ ਚਾਹੀਦਾ। ਹੁਣ ਇਹ 'ਚ ਨੋਟਿਸ ਰਜਿਸਟਰਾਰ ਆਫ ਦੀ ਆਲ ਦੀ ਹਾਈ ਕੋਰਟਸ ਨੂੰ ਕੀਤਾ 19 ਤਰੀਕ ਲਈ, ਕਿਉਂਕਿ ਕੋਰਟ ਪਹਿਲਾਂ ਕਹਿੰਦੀ ਸੀ ਵੀ ਜੁਲਾਈ ਤੱਕ ਵਧਾ ਦਿੰਦੇ ਆ, ਤੇ ਸੋਲੀਸਿਟਰ ਜਨਰਲ ਤੇ ਅਟਾਰਨੀ ਜਨਰਲ ਆਫ ਇੰਡੀਆ ਨੇ ਰਿਕੁਐਸਟ ਕੀਤੀ ਵੀ ਤੁਸੀਂ, ਸਾਨੂੰ ਕੀ ਪਤਾ ਵੀ ਜੁਲਾਈ ਤੱਕ ਰਹੇ, ਤੁਸੀਂ ਜੁਲਾਈ ਤੱਕ ਆਰਡਰ ਕਰੋ, ਉਹ ਤੋਂ ਬਾਅਦ ਫਿਰ ਵਧਾਉਣਾ ਪੈ ਜਾਵੇ। ਇਸੇ ਕਰਕੇ ਕੋਰਟ ਨੇ ਕਿਹਾ ਵੀ ਅਗਲੇ ਹੁਕਮਾਂ ਤੱਕ, ਅਗਲੇ ਹੁਕਮ ਕਦੋਂ ਆਉਂਦੇ ਆ ਉਹ ਖੁੱਲ੍ਹਾ ਟਾਈਮ। ਇਹ ਜਦੋਂ ਅਦਾਲਤਾਂ ਤੋਂ ਇਸ ਤਰ੍ਹਾਂ ਦਾ ਸੁਪਰੀਮ ਕੋਰਟ ਤੋਂ ਫੈਸਲਾ ਆਉਂਦਾ ਤੇ ਹੇਠਲੀਆਂ ਅਦਾਲਤਾਂ ਤੱਕ ਇਹ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ, ਕਲੀਅਰ ਹੁੰਦਾ, ਜਾਂ ਸੁਣਨਾ ਹੀ ਨਹੀਂ ਚਾਹੁੰਦਾ ਕੋਈ ਕਿ ਨਹੀਂ? ਨੋ ਸਰ, ਜਿਹਨੂੰ ਨੌਲੇਜ ਹੈ, ਇੱਕ ਤੁਸੀਂ ਸਾਈਟ ਕਰੋ। ਮੈਂ ਹਾਈ ਕੋਰਟ ਦੀ ਗੱਲ ਕਰਦਾ, ਯੂਜਲੀ ਆਈ ਯੂਜ਼ ਟੂ ਅਪੀਅਰ ਇਨ ਦੀ ਹਾਈ ਕੋਰਟ ਐਂਡ ਦੀ ਸੁਪਰੀਮ ਕੋਰਟ ਆਲਸੋ, ਸਿੰਸ ਸੁਪਰੀਮ ਕੋਰਟ ਮੈਂ 2008 ਤੋਂ ਹੈ ਜੀ, ਤੇ ਕਦੀ ਵੀ ਇੱਦਾਂ ਨਹੀਂ ਹੋਇਆ ਕੋਈ ਵੀ ਡਿਸੀਜ਼ਨ ਤੁਸੀਂ ਪ੍ਰੈਜ਼ੈਂਟ ਕਰੋ। ਹਾਂ, ਜੱਜ ਵੀ ਇੱਕ ਰੱਬ ਨਹੀਂ ਹੈ, ਵਕੀਲ ਜਿਹੜਾ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ, ਉਹ ਦਿਖਾਵੇ ਨਾ। ਹਾਂ, ਤੁਸੀਂ ਫੈਸਲਾ ਦਿਖਾਉਂਦੇ ਆ, ਉਸ ਤੋਂ ਬਾਅਦ ਮੰਨਦੀ ਹੈ ਹਰ ਕੋਰਟ। ਇਹ ਮੈਂ ਨਹੀਂ ਕਹਿੰਦਾ, ਆਰਟੀਕਲ 141 ਕਹਿੰਦਾ ਇਟਸ ਬਾਈਂਡਿੰਗ ਪ੍ਰੈਸੀਡੈਂਟ, ਕੋਈ ਇਨਕਾਰ ਨਹੀਂ ਕਰ ਸਕਦਾ ਸੁਪਰੀਮ ਕੋਰਟ ਦੇ ਆਰਡਰ ਦਾ, ਲੋਅਰ ਕੋਰਟਸ। ਹਾਈ ਕੋਰਟ ਦੇ ਆਰਡਰ ਦਾ, ਹਾਈ ਕੋਰਟ ਦੇ ਜਿਹੜੀਆਂ ਨੀਚੇ ਵਾਲੀਆਂ ਕੋਰਟਸ ਨੇ ਡਿਸਟ੍ਰਿਕਟ ਲੈਵਲ ਤੇ ਜਾਂ ਕੋਈ ਟ੍ਰਿਬਿਊਨਲ, ਉਹ ਨਹੀਂ, ਕੋਈ ਅਥਾਰਟੀ ਨਹੀਂ ਕਰ ਸਕਦੀ। ਫੈਸਲਾ ਕਾਨੂੰਨ ਦੀ ਤਰ੍ਹਾਂ ਲਾਗੂ ਹੁੰਦਾ ਸੁਪਰੀਮ ਕੋਰਟ ਦਾ। ਤੁਹਾਨੂੰ ਯਾਦ ਹੋਣਾ ਕਾਲੇ ਸ਼ੀਸ਼ੇ ਵਾਲਾ ਫੈਸਲਾ ਕਿਸ ਨੇ ਰੋਕਿਆ ਸੀ? ਉਹ ਹਲੇ ਵੀ ਜਿਹੜੇ ਮੋਟਰ ਵਹੀਕਲ ਰੂਲ ਹੈ ਨਾ, ਇਫ ਯੂ ਗੋਨ ਥਰੂ ਦੀ ਪ੍ਰੋਵੀਜ਼ਨਸ ਆਫ ਦੈਟ ਵੈਰੀ ਐਕਟ, ਉੱਥੇ 50% ਅਲਾਓ ਹੈ। ਤੁਹਾਨੂੰ ਯਾਦ ਹੋਣਾ ਪਿਛਲੇ ਬਲੈਕ ਫਿਲਮਿੰਗ, ਯੈਸ, ਸੁਪਰੀਮ ਕੋਰਟ ਨੇ ਉਹਨੂੰ ਕੀਤਾ ਵੀ ਨਹੀਂ ਕੋਈ ਲਾਉਂਦਾ, ਹੁਣ ਕੋਈ ਕੰਪਨੀਆਂ ਨੇ ਵੀ ਬੰਦ ਕਰਤੇ। ਸੋ ਸੁਪਰੀਮ ਕੋਰਟ ਦੀਆਂ ਪਾਵਰਾਂ ਜਿਹੜੀਆਂ, ਦੀ ਆਰਡਰ ਪਾਸਡ ਬਾਈ ਆਨਰੇਬਲ ਐਪੈਕਸ ਕੋਰਟ ਵਰਕਸ ਐਜ਼ ਲਾਅ ਇਨ ਦੀ ਕੰਟਰੀ। ਬਾਗੜੀ ਸਾਹਿਬ, ਇਹ ਜਾਣਕਾਰੀ ਬੜੀ ਅਹਿਮ ਸੀ, ਤੁਸੀਂ ਸਾਡੇ ਨਾਲ ਜੁੜ ਕੇ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਤਾਂ ਇਸ ਨੂੰ ਸਾਡੇ ਨਾਲ ਚਰਨਪਾਲ ਸਿੰਘ ਬਾਗੜੀ, ਜਿਹੜੇ ਕਿ ਵਕਾਲਤ ਕਰਦਿਆਂ ਆਪਣੇ ਤਜਰਬਿਆਂ ਦੇ ਵਿੱਚੋਂ ਲੋਕਾਂ ਲਈ ਆਮ ਜਾਣਕਾਰੀ ਲੈ ਕੇ ਜਾਂਦੇ ਨੇ, ਤਾਂ ਕਿ ਲੋਕ ਖੱਜਲ ਖੁਆਰ ਘੱਟ ਹੋਣ ਤੇ ਉਹਨਾਂ ਦਾ ਕੰਮ ਹੈ ਜਿਹੜਾ ਸਹੀ ਸਮੇਂ ਦੇ ਵਿੱਚ ਔਰ ਸਹੀ ਦਿਸ਼ਾ ਦੇ ਵਿੱਚ ਹੋਵੇ। ਸਾਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਵੇਗੀ। ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਕਿ ਸੁਪਰੀਮ ਕੋਰਟ ਨੇ 27 ਅਪ੍ਰੈਲ ਨੂੰ, ਮਾਣਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਜਿਸ ਵਿੱਚ ਕਿਸੇ ਵੀ ਕੇਸ ਦੀ ਸੁਣਵਾਈ ਕਿਸੇ ਵੀ ਅਦਾਲਤ ਦੇ ਵਿੱਚ, ਕਿਸੇ ਵੀ ਲੀਗਲ ਟ੍ਰਿਬਿਊਨਲ ਦੇ ਵਿੱਚ, ਉਹ ਅਗਲੇ ਹੁਕਮਾਂ ਤੱਕ ਉਸ ਦੀ ਮਿਆਦ ਵਧਾ ਦਿੱਤੀ ਗਈ ਹੈ। ਉਸ ਨੂੰ ਅਪੀਲ ਲਾਉਣੀ ਹੈ, ਕਿਸੇ ਨੇ ਸੁਣਵਾਈ ਕਰਵਾਉਣੀ ਹੈ, ਉਸ ਦੀ ਮਿਆਦ ਹੈ ਜਿਹੜੀ ਉਹ ਵੱਧ ਗਈ ਹੈ ਅਗਲੇ ਹੁਕਮਾਂ ਤੱਕ। ਇਹ ਸਹੂਲਤ ਹੈ, ਜਾਂ ਇਹ ਕਹਿ ਲਓ ਕਿ ਇਹ ਤੁਹਾਨੂੰ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ। ਤਾਂ ਫਿਲਹਾਲ ਮੈਨੂੰ ਦਿਓ ਆਗਿਆ, ਧੰਨਵਾਦ।